हो गए ने और 7 ਮਹੀਨਿਆਂ ਤੇ ਵੀ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਟਿਕੇ ਹੋਏ ਨੇ। ਤਸਵੀਰਾਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਪੱਕੇ ਇੰਤਜ਼ਾਮ ਕੀਤੇ ਹੋਏ ਨੇ ਔਰ ਇਸ ਵੇਲੇ 26 ਜਨਵਰੀ ਤੋਂ ਗੱਲਬਾਤ ਰੁਕੀ ਹੋਈ ਹੈ ਔਰ ਹੁਣ ਕਿਸਾਨ ਸੋਚ ਰਹੇ ਨੇ। ਗੁਰਨਾਮ ਸਿੰਘ ਚੜੂਨੀ ਇੱਕ ਅਜਿਹਾ ਨਾਮ ਜੋ ਇਸ ਵੇਲੇ ਸਭ ਤੋਂ ਵੱਡਾ ਨਾਮ ਕਿਸਾਨ ਜਥੇਬੰਦੀਆਂ 'ਚ ਵੀ ਉੱਭਰ ਕੇ ਸਾਹਮਣੇ ਆ ਰਿਹਾ ਹੈ। ਗੁਰਨਾਮ ਸਿੰਘ ਚੜੂਨੀ ਹੋਰਾਂ ਦਾ ਕਹਿਣਾ ਹੈ ਕਿ ਹਾਲਾਤ ਚਾਹੇ ਬੀਜੇਪੀ ਦੀ ਸਰਕਾਰ ਹੋਵੇ, ਚਾਹੇ ਕਾਂਗਰਸ ਦੀ ਸਰਕਾਰ ਹੋਵੇ, ਇਨੈਲੋ ਦੀ ਹੋਵੇ, ਅਕਾਲੀ ਦਲ ਦੀ ਹੋਵੇ, ਹਾਲਾਤ ਉਸੇ ਤਰੀਕੇ ਦੇ ਰਹਿੰਦੇ ਆ। ਬੀਜੇਪੀ ਨੂੰ ਭਜਾਣਾ ਮਕਸਦ ਨਹੀਂ ਹੈ। ਕਮਾਨ ਜਿਹੜੀ ਉਹ ਖੁਦ ਆਪ ਨੂੰ ਸੰਭਾਲ ਲੈਣੀ ਚਾਹੀਦੀ, ਕਿਸਾਨ ਲੀਡਰਾਂ ਨੂੰ ਸੰਭਾਲ ਲੈਣੀ ਚਾਹੀਦੀ। ਗਰਾਊਂਡ ਜ਼ੀਰੋ ਤੇ ਗੁਰਨਾਮ ਸਿੰਘ ਚੜੂਨੀ ਹੋਰਾਂ ਨਾਲ ਗੱਲਬਾਤ ਕਰਾਂਗੇ, ਨਾਲ ਤਸਵੀਰਾਂ ਦਿਖਾਵਾਂਗੇ ਕਿ ਸਿੰਘੂ ਬਾਰਡਰ ਤੇ ਇਸ ਵੇਲੇ ਕਿਸ ਤਰੀਕੇ ਦੀਆਂ ਤਸਵੀਰਾਂ ਨੇ। ਚੜੂਨੀ ਸਾਹਿਬ, ਤੁਹਾਡਾ ਇੱਕ ਬਿਆਨ ਇਸ ਵੇਲੇ ਸੁਰਖੀਆਂ 'ਚ ਬਹੁਤ ਜ਼ਿਆਦਾ ਸਿੱਧੇ ਤੌਰ ਤੇ ਤੁਹਾਨੂੰ ਕਿਉਂ ਲੱਗ ਰਿਹਾ ਕਿ ਹੁਣ ਕਿਸਾਨਾਂ ਨੂੰ ਜਿਹੜੀ ਉਹ ਕਮਾਨ ਸੰਭਾਲਣੀ ਚਾਹੀਦੀ ਹੈ? ਨਹੀਂ, ਸੁਰਖੀਆਂ 'ਚ ਤੇ ਪਤਾ ਨਹੀਂ ਕਿੰਨਾ ਕੁ ਹੈ। ਮੈਂ ਤੇ ਇੱਕ ਆਪਣੇ ਜਿੰਨੀ ਕੁ ਮੇਰੇ ਕੋਲ ਸਮਝ ਸੀ ਨੋਰਮਲ ਜੀ, ਉਹਦੇ ਨਾਲ ਇੱਕ ਗੱਲ ਕੀਤੀ, ਇੱਕ ਵਿਚਾਰ ਛੱਡਿਆ ਵੀ ਆਪਾਂ ਹੁਣ ਉਦਾਹਰਣ ਦੇ ਤੌਰ ਤੇ ਮੈਂ 29 ਸਾਲ ਤੋਂ ਕਿਸਾਨ ਅੰਦੋਲਨ ਦੇ ਵਿੱਚ 29 ਸਾਲ ਪਹਿਲਾਂ ਜਿਹੜੀ ਕਿਸਾਨ ਦੀ ਹਾਲਤ ਸੀ, ਅੱਜ ਹਾਲਤ ਉਸ ਤੋਂ ਮੰਦੀ ਹੋ ਗਈ ਹੈ। ਠੀਕ ਹੈ, ਤੇ ਮੇਰੇ ਤੋਂ ਪਹਿਲਾਂ ਦੀ ਯੂਨੀਅਨ ਹੈ। 1978 ਚ ਹਰਿਆਣੇ ਚ ਯੂਨੀਅਨ ਬਣੀ ਸੀ। ਪੂਰੇ ਦੇਸ਼ ਵੀ ਸ਼ਾਇਦ 80 ਕੇ 82 ਚ ਬਣ ਗਈ ਜੀ। ਯਾਨੀ ਪਿਛਲੇ 40 ਸਾਲਾਂ ਤੋਂ ਲੈ ਕੇ ਸਾਡਾ ਗ੍ਰਾਫ ਡਾਊਨ ਗਿਆ। ਯੂਨੀਅਨ ਹੋਣ ਤੋਂ ਬਾਅਦ, ਐ ਰਾਜਨੀਤਿਕ ਹੋਣ ਤੋਂ ਬਾਅਦ ਯੂਨੀਅਨ ਨੇ ਫੈਸਲਾ ਲਿਆ ਵੀ ਆਪਾਂ ਤੇ ਰਾਜਨੀਤਿਕ ਰਹਿਣਾ ਹੈ। ਸਾਰੀ ਯੂਨੀਅਨਾਂ ਜਿਹੜੀ ਆ ਐ ਰਾਜਨੀਤਿਕ ਰਹਿੰਦੀਆਂ ਨੇ, ਅੰਦੋਲਨ ਲੜਦੀਆਂ ਨੇ। ਤੇ ਇੰਨੇ ਸਾਲਾਂ ਦੇ ਵਿੱਚ ਜੇ ਅਸੀਂ ਕੋਈ ਉਸ ਪੋਜੀਸ਼ਨ ਨੂੰ ਉੱਥੇ ਵੀ ਨਹੀਂ ਰੋਕ ਪਾਏ, ਹੁਣ ਅਸੀਂ ਕੀ ਉਮੀਦ ਕਰਦੇ ਹਾਂ ਕਿ ਆਪਾਂ ਆਪਣੀ ਗੱਲ ਕੋਈ ਮੰਨੀ ਜਾਏਗੀ? ਜੇ ਮੰਨੀ ਜਾਏਗੀ ਵੀ ਤੇ ਉਹ ਇੱਕ ਮੰਨੀ ਜਾਏਗੀ, ਦੂਜੀਆਂ ਦੋ ਹੋਰ ਥੋਪਦੀਆਂ ਜਾਣਗੀਆਂ ਆਮ ਤੌਰ ਤੇ ਜਿਹੜਾ ਰਿਹਾ। ਤੇ ਸਰਕਾਰਾਂ ਅਸੀਂ ਬਦਲਣ ਦੇ ਸਪੈਸ਼ਲਿਸਟਾਂ। ਜਿਹੜੀ ਸਰਕਾਰ ਕਿਸਾਨਾਂ ਨੂੰ ਮਾਰਦੀ ਹੈ, ਭਿੜਦੀ ਹੈ, ਉਹਦੀ ਅਸੀਂ ਜੜ੍ਹਾਂ ਪੱਟ ਦਿੰਦੇ ਹਾਂ। ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਹਰਿਆਣੇ 'ਚ ਭਜਨ ਲਾਲ ਦੀ ਸਰਕਾਰ ਨੇ ਬੰਦੇ ਮਾਰੇ, ਅਸੀਂ ਜੜ੍ਹਾਂ ਪੱਟਤੀਆਂ ਉਹਦੀਆਂ। ਪਰ ਆਇਆ ਕੌਣ? ਬੰਸੀ ਲਾਲ ਆ ਗਿਆ ਘਰ ਬੈਠਿਆ ਬਿਨਾਂ ਖੇਚੜ ਤੋਂ। ਫਿਰ ਬੰਸੀ ਲਾਲ ਨੇ ਆ ਕੇ 5 ਬੰਦੇ ਮਾਰੇ। ਫਿਰ ਅਸੀਂ ਬੰਸੀ ਲਾਲ ਨਾਲ ਭਿੜ ਗਏ, ਬੰਸੀ ਲਾਲ ਦੀ ਜੜ੍ਹਾਂ ਪੱਟਤੀਆਂ। ਫਿਰ ਚਟਾਲੇ ਦੀ ਆ ਗਿਆ, ਚਟਾਲਾ ਘਰ ਬੈਠਿਆ ਆ ਗਿਆ। ਫਿਰ ਚਟਾਲੇ ਨੇ 7 ਬੰਦੇ ਮਾਰੇ। ਫਿਰ ਅਸੀਂ ਚਟਾਲੇ ਤੋਂ ਨਾਰਾਜ਼ ਹੋ ਗਏ, ਉਹ ਵੀ ਹਰਾਤਾ। ਕਿਸਾਨਾਂ ਦਾ ਕੀ ਫਾਇਦਾ ਹੋਇਆ? ਕਿਸਾਨਾਂ ਦੀ ਕਿਹੜੀ ਗੱਲ ਮੰਨੀ ਗਈ ਤੇ ਅਸੀਂ ਕਿਉਂ ਮਰੇ? ਦੂਜੀ ਗੱਲ ਇਹ ਹੈ ਬਈ ਮਰਦੇ ਅਸੀਂ ਆ, ਫਾਇਦਾ ਕੋਈ ਰਾਜਨੀਤਿਕ ਪਾਰਟੀ ਉਠਾਉਂਦੀ ਹੈ। ਫਰਜ਼ ਕਰੋ ਹੁਣ ਜਿਹੜਾ ਆਪਾਂ ਚਲਾ ਰਹੇ ਹਾਂ ਮਿਸ਼ਨ ਉੱਤਰ ਪ੍ਰਦੇਸ਼, ਫਰਜ਼ ਕਰੋ ਆਪਾਂ ਬੀਜੇਪੀ ਨੂੰ ਹਰਾ ਦਿਆਂ, ਪੱਕਾ ਹਰਾ ਦਿਆਂ, ਕੋਈ ਸ਼ੱਕ ਨਹੀਂ ਇਹਦੇ 'ਚ। ਹਰਾਵਾਂਗੇ ਵੀ। ਪੱਛਮੀ ਬੰਗਾਲ ਦੇ ਵਿੱਚ ਹਰਾਈ ਹੈ, ਪਰ ਹਰਾਉਣ ਦੇ ਨਾਲ ਕੀ ਸਾਡੀ ਗੱਲ ਮੰਨੀ ਗਈ ਹੈ? ਨਹੀਂ ਮੰਨੀ ਗਈ ਨਾ। ਤੇ ਯੂਪੀ ਨੂੰ ਹਰਾਉਣ ਦੇ ਵਿੱਚ ਕੀ ਸਾਡੀ ਗੱਲ ਮੰਨੀ ਜਾਏਗੀ? ਤੇ ਰਾਜ ਤੇ ਫਿਰ 2024 ਤੱਕ ਤੇ ਇਹਨਾਂ ਤਾਂ ਹੈ ਹੀ। ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਤੋਂ ਬਾਅਦ ਅਗਰ ਕੋਈ ਹੋਰ ਪਾਰਟੀ ਵੀ ਆਂਦੀ ਹੈ ਤਾਂ ਫਿਰ ਚਾਹੇ ਕਾਂਗਰਸ ਦੀ ਆਵੇ, ਇਨੈਲੋ ਦੀ ਆਵੇ, ਅਕਾਲੀ ਦਲ ਦੀ ਆਵੇ, ਆਮ ਆਦਮੀ ਪਾਰਟੀ ਦੀ ਆਵੇ, ਤਾਂ ਕਿਸਾਨਾਂ ਨੂੰ ਫਾਇਦਾ ਨਹੀਂ ਹੋਏਗਾ। ਕਿਸਾਨਾਂ ਨੂੰ ਵੋਟ ਬੈਂਕ ਤੇ ਇਸਤੇਮਾਲ ਕੀਤਾ ਜਾਂਦਾ। ਇਤਿਹਾਸ ਦੇਖੋ, ਤੁਸੀਂ ਇਤਿਹਾਸ ਦੇਖੋ। 2014 ਦੇ ਵਿੱਚ ਬੀਜੇਪੀ ਦੀ ਸਰਕਾਰ ਆਈ ਹੈ। ਉਦੋਂ ਪਹਿਲਾਂ ਕਿਹਦੀ ਸੀ? ਕਾਂਗਰਸ ਦੀ। ਕਾਂਗਰਸ ਤੋਂ ਪਹਿਲਾਂ ਕਿਹਦੀ ਸੀ? ਇਸੇ ਬੀਜੇਪੀ ਦੀ। ਠੀਕ ਹੈ, ਹੁਣ ਸਰਕਾਰ ਬਦਲਦੀ ਹੈ, ਉਹ ਆ ਜੇ ਭਾਵੇਂ ਉਹ ਆ ਜੇ, ਬਸ ਕਾਰਪੋਰੇਟ ਦੇ ਹੱਕ 'ਚ ਕਾਨੂੰਨ ਬਣਾਉਂਦੇ ਆ। ਇੰਨਾ ਕੁ ਹੋ ਜਾਂਦਾ ਹੈ। ਕਿਸੇ ਦੀ ਸਪੀਡ ਥੋੜੀ ਜਿਹੀ ਘੱਟ ਹੁੰਦੀ ਹੈ, ਕਿਸੇ ਦੀ ਵੱਧ ਹੁੰਦੀ ਹੈ। ਇਸ ਬੀਜੇਪੀ ਦਾ ਥੋੜਾ ਜਿਹਾ ਗੇਰ ਵੱਡਾ ਲਾਤਾ। ਤੁਹਾਨੂੰ ਲੱਗਦਾ ਹੁਣ ਪੰਜਾਬ 'ਚ 2022 'ਚ ਕਿਸਾਨ ਲੀਡਰ 32 ਜਥੇਬੰਦੀਆਂ ਨੇ ਪੰਜਾਬ ਤੋਂ, ਉਹ ਇਲੈਕਸ਼ਨ ਲੜਨ, ਉਹਨਾਂ ਦੇ ਨੁਮਾਇੰਦੇ ਇਲੈਕਸ਼ਨ ਲੜਨ, ਉਹ ਸਰਕਾਰ ਬਣਾਉਣ, ਉਹ ਮਾਡਲ ਫਿੱਟ ਕਰਨ? ਤੁਸੀਂ ਇਹ ਕਹਿ ਰਹੇ ਹੋ? ਮੇਰਾ ਇਹ ਇੱਕ ਪ੍ਰਸ਼ਨ ਸੀ, ਇੱਕ ਮੇਰਾ ਵਿਚਾਰ ਸੀ ਕਿ ਵੀ ਜਿਹੜੇ ਅੰਦੋਲਨ ਦੇ ਵਿੱਚ ਲੋਕ ਵੜ ਰਹੇ ਨੇ, ਜਿਹੜੇ ਲਗਾਤਾਰ ਅੰਦੋਲਨ ਕਰ ਰਹੇ ਨੇ, ਡੰਡੇ ਖਾ ਰਹੇ ਨੇ, ਜੇਲ੍ਹਾਂ ਕੱਟ ਰਹੇ ਨੇ, ਮੁਕੱਦਮੇ ਬਣਵਾ ਰਹੇ ਨੇ, ਇਹਦਾ ਮਤਲਬ ਇਹ ਹੈ ਉਹਨਾਂ ਦੀ ਕੁਛ ਤੇ ਆਤਮਾ ਠੀਕ ਹੋਣੀ। ਆਪਾਂ ਵੋਟ ਪਾਉਂਦੇ ਆ ਪੈਸੇ ਵਾਲੇ ਨੂੰ, ਆਪਾਂ ਵੋਟ ਪਾਉਂਦੇ ਆ ਅਮੀਰ ਆਦਮੀ ਨੂੰ। ਅਮੀਰ ਆਦਮੀ ਨੂੰ ਵੋਟ ਪਾ ਕੇ ਜਿਹੜੇ ਰਾਜਨੀਤਿਕ ਗਿਰੋਹ ਨੇ, ਰਾਜਨੀਤਿਕ ਗਿਰੋਹ, ਉਹਨਾਂ ਨੂੰ ਆਪਾਂ ਵੋਟ ਪਾ ਕੇ ਉਹਨਾਂ ਨੂੰ ਆਪਾਂ ਬਣਾਤਾ। ਤੇ ਉਹ ਆਪਾਂ ਫਿਰ ਉਹਨਾਂ ਤੋਂ ਉਮੀਦ ਕਰਨੇ ਵੀ ਇਹ ਸਾਡੀ ਗੱਲ ਮੰਨਣਗੇ। ਕਿਉਂ? ਜੇ ਵੋਟ ਤੁਹਾਡੀ ਹੈ, 100 ਜੋ 65 ਵੋਟ ਤੇ ਤੁਸੀਂ ਮਾਲਕ ਹੋ। ਫਿਰ ਜੇ ਤੁਸੀਂ ਇੰਨੇ ਚੰਗੇ ਹੋ, ਤੁਸੀਂ ਦੂਜੇ 'ਚ ਨੁਕਸ ਕੱਢਦੇ ਹੋ, ਆ ਬਈ ਤੂੰ ਇਹ ਗਲਤ ਕੀਤਾ। ਇਹ ਇਸ ਤਰ੍ਹਾਂ ਕਰਨਾ ਚਾਹੀਦਾ ਸੀ। ਤੁਹਾਡੀ 32 ਜਥੇਬੰਦੀਆਂ ਨਾਲ ਜਾਂ ਫਿਰ ਜਿਹੜੀਆਂ ਬਾਕੀ 39 ਜਥੇਬੰਦੀਆਂ ਨੇ 32 ਪੰਜਾਬ ਦੀਆਂ, ਬਾਕੀ ਉਹਨਾਂ ਨਾਲ ਗੱਲਬਾਤ ਹੋਈ? ਉਹ ਇਸ ਗੱਲ ਨੂੰ ਲੈ ਕੇ ਰਾਜ਼ੀ ਹੋਏ? ਗੱਲ ਤੇ ਹੈ ਕਿ ਪੰਜਾਬ 'ਚ 32 ਤੋਂ ਜ਼ਿਆਦਾ ਨੇ। ਪੰਜਾਬ 'ਚ ਕਈ ਜਥੇਬੰਦੀਆਂ ਉਹ ਨੇ ਜਿਹੜੇ ਇਹਨਾਂ 32 'ਚ ਸ਼ਾਮਲ ਨਹੀਂ। ਜਥੇਬੰਦੀਆਂ ਹੋਰ ਵੀ ਹੈ, 40 ਦੇ ਇਕੱਲੇ ਪੰਜਾਬ ਦੀਆਂ ਹੀ ਹੋ ਗਈਆਂ ਹੋਣਗੀਆਂ।
ਤੇ ਹੋਰ ਦੇਸ਼ ਦੀਆਂ ਬੜੀਆਂ ਜਥੇਬੰਦੀਆਂ ਨੇ। ਮੈਂ ਉਹ 40 ਦੀ ਗੱਲ ਨਹੀਂ ਕਰ ਰਿਹਾ ਜਾਂ ਉਹ 32 ਦੀ ਗੱਲ ਨਹੀਂ ਕਰ ਰਿਹਾ। ਮੈਂ ਤੇ ਇੱਕ ਆਮ ਲੋਕਾਂ ਨੂੰ ਇਹ ਕਹਿ ਰਿਹਾ ਵਾਂ, ਆਮ ਜਨਤਾ ਨੂੰ ਇਹ ਕਹਿ ਰਿਹਾ, ਵਿਚਾਰੋ ਇਸ ਗੱਲ ਤੇ। ਮਜ਼ਦੂਰ ਲੋਕਾਂ ਦਾ ਵੀ ਸ਼ੋਸ਼ਣ ਹੋ ਰਿਹਾ, ਵਿਚਾਰੋ ਇਸ ਗੱਲ ਤੇ। ਹੁਣ ਜਿਹੜੇ ਨਵੇਂ ਅੰਕੜੇ ਸਾਹਮਣੇ ਆਏ ਨੇ, ਨਵੇਂ ਅੰਕੜੇ ਇਹ ਕਹਿ ਰਹੇ ਨੇ ਵੀ 97 ਇਸ ਸਾਲ ਦੇ ਵਿੱਚ 97% ਲੋਕਾਂ ਦੀ ਆਮਦਨ ਘਟੀ ਹੈ। ਉਹ ਸਾਰੇ ਕਿਸਾਨ ਨਹੀਂ ਹੈ, 97% ਲੋਕਾਂ ਦੀ ਆਮਦਨ ਘਟੀ ਹੈ ਤੇ 3% ਲੋਕਾਂ ਦੀ ਆਮਦਨ ਵਧੀ ਹੈ। ਇਸ ਦਾ ਮਤਲਬ ਹੈ 97 ਵਰਸਸ 3। ਇਹਦਾ ਮਤਲਬ ਇਹ ਥੱਲੇ ਤੋਂ ਕੱਟਣੇ ਸ਼ੁਰੂ ਹੋਏ, 1 ਨੰਬਰ 2 ਨੰਬਰ 10 ਨੰਬਰ 20 ਨੰਬਰ 25 ਨੰਬਰ 97 ਨੰਬਰ ਤੱਕ ਸ਼ੋਸ਼ਣ ਹੋ ਗਿਆ। ਨਹੀਂ, ਜਥੇਬੰਦੀਆਂ ਨਾਲ ਗੱਲ ਹੋਈ ਹੈ ਕਿਉਂਕਿ ਸੰਯੁਕਤ ਕਿਸਾਨ ਮੋਰਚਾ 400 ਜਥੇਬੰਦੀਆਂ ਸੀ, ਉਹਨਾਂ ਚੋਂ 40 ਜਥੇਬੰਦੀਆਂ ਬਣੀਆਂ, 40 ਜਥੇਬੰਦੀਆਂ ਗੱਲ ਕਰਦੀਆਂ। ਉਹ ਕਿਉਂਕਿ ਥੋੜੀ ਦੇਰ ਪਹਿਲਾਂ ਨਿਊਜ਼ 18 ਤੇ ਹਰਮੀਤ ਕਾਦੀਆਂ ਹੋਰੀ ਆਏ, ਡਾਕਟਰ ਦਰਸ਼ਨਪਾਲ ਹੋਰੀ ਆਏ, ਉਹ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਸਹਿਮਤ ਨਹੀਂ, ਅਸੀਂ ਇਲੈਕਸ਼ਨ ਨਹੀਂ ਲੜਨਾ, ਫਿਲਹਾਲ ਸਾਡੀ ਇਸ ਵੇਲੇ ਇਲੈਕਸ਼ਨ ਲੜਨ ਦਾ ਕੋਈ ਮੋੜ ਨਹੀਂ ਹੈ, ਸਾਡਾ ਸਿਰਫ 3 ਕਾਨੂੰਨ ਦੇ ਉੱਤੇ ਫੋਕਸ ਹੈ। ਬਿਲਕੁਲ ਠੀਕ ਕਹਿ ਰਹੇ ਹੋ। ਮੈਂ ਨਾ ਤੇ ਉਹਨਾਂ ਨਾਲ ਸਲਾਹ ਕੀਤੀ, ਮੈਂ ਨਾ ਆਪਣੇ ਵੱਲੋਂ ਅਨਾਉਂਸ ਕੀਤਾ। ਮੈਂ ਤੇ ਇੱਕ ਵਿਚਾਰ ਛੱਡਿਆ, ਵਿਚਾਰ ਜ਼ਰੂਰ ਕਰਨਾ ਚਾਹੀਦਾ ਹੈ। ਪੰਜਾਬ ਦੇ ਹਰ ਨਾਗਰਿਕ ਨੂੰ ਵਿਚਾਰ ਕਰਨਾ ਚਾਹੀਦਾ। ਜੇ ਅਸੀਂ ਸੈਂਪਲ ਪੇਸ਼ ਕਰਕੇ ਦਿਖਾ ਦਈਏ ਪੰਜਾਬ, ਕਿਉਂਕਿ ਪੰਜਾਬ ਵਿੱਚ ਸਭ ਤੋਂ ਪਹਿਲਾਂ ਇਲੈਕਸ਼ਨ ਹੈ, ਜੇ ਅਸੀਂ ਸੈਂਪਲ ਇੱਕ ਪੇਸ਼ ਕਰਕੇ ਦਿਖਾ ਦਈਏ ਵੀ ਆਹ ਵੇਖੋ, ਆਹ ਸਾਡਾ ਰਾਜ ਆਇਆ ਸੀ ਤੇ ਆਹ ਅਸੀਂ ਸੁਧਾਰ ਕਰਕੇ ਵਿਖਾਤਾ, ਫਿਰ ਸਾਰੇ ਦੇਸ਼ 'ਚ ਗੱਲ ਜਾਏਗੀ ਨਾ। ਅਸੀਂ ਮਾਡਲ ਪੇਸ਼ ਕਰਾਂਗੇ, ਅਸੀਂ ਸੈਂਪਲ ਪੇਸ਼ ਕਰਾਂਗੇ। ਬੀਜੇਪੀ ਤਾਂ ਇਹ ਕਹਿ ਰਹੀ, ਕਹਿੰਦੇ ਕਿ ਇਹਨਾਂ ਦਾ ਮਕਸਦ ਹੀ ਇਲੈਕਸ਼ਨ ਲੜਨਾ ਸੀ, ਇਹਨਾਂ ਦਾ ਮਕਸਦ ਹੀ ਇਹ ਕਰਨਾ ਸੀਗਾ, ਉਹ ਸੱਚਾਈ ਸਾਹਮਣੇ ਆ ਰਹੀ ਹੈ। ਇਹ ਬੀਜੇਪੀ ਮਾਲਾ ਫੇਰਦੀ ਹੈ। ਬੀਜੇਪੀ ਕੀ ਕਰਦੀ? ਉਹ ਇਲੈਕਸ਼ਨ ਨਹੀਂ ਲੜਦੀ। ਜੇ ਬੀਜੇਪੀ ਇਲੈਕਸ਼ਨ ਲੜੇ ਤੇ ਉਹ ਪੁੰਨ ਹੈ, ਜੇ ਕਿਸਾਨ ਇਲੈਕਸ਼ਨ ਲੜੇ ਤੇ ਉਹ ਪਾਪ ਹੈ। ਇਹ ਕਹਿ ਕੇ ਲੋਕਾਂ ਦਾ ਮਨੋਬਲ ਤੋੜਦੇ ਨੇ। ਜੇ ਇਲੈਕਸ਼ਨ ਲੜਨ ਦਾ ਹੀ ਮਕਸਦ ਹੁੰਦਾ, ਇਲੈਕਸ਼ਨ ਲੜਨ ਦਾ ਹੀ ਮਤਲਬ ਹੁੰਦਾ, ਮੈਂ ਤੁਹਾਨੂੰ ਕਹਿ ਹਟਿਆ ਕਿ ਵੀ 1992 ਤੋਂ ਅਸੀਂ ਅੰਦੋਲਨ ਦੇ ਵਿੱਚ ਕੰਮ ਕਰ ਰਹੇ ਹਾਂ। ਜੇ 1992 ਤੋਂ ਲੈ ਕੇ ਅੱਜ ਤੱਕ ਕਿਸੇ ਰਾਜਨੀਤਿਕ ਪਾਰਟੀ ਇਸੇ ਬੀਜੇਪੀ 'ਚ ਕੰਮ ਕਰ ਰਹੇ ਹੁੰਦੇ, ਇਸੇ ਬੀਜੇਪੀ 'ਚ, ਇਹ ਬੀਜੇਪੀ ਨੇ 4 ਵਾਰੀ ਟਿਕਟ ਦੇ ਦੇਣਾ ਸੀ ਹੁਣ ਤੱਕ, ਕਈ ਵਾਰੀ 'ਚ ਉੱਧਰ ਆ ਜਾਣੀ ਸੀ ਹੁਣ ਤੱਕ। ਮਕਸਦ ਉਹ ਨਹੀਂ ਹੈ। ਮਕਸਦ ਮੇਰਾ ਇਹ ਹੈ ਕਿ ਵੀ ਜਿਹੜੇ ਸੁੱਧ ਲੋਕ ਨੇ, ਇਹ ਕਾਲੇ ਮਨ ਦੇ ਲੋਕ ਨੇ ਜਿਹੜੇ ਰਾਜ ਕਰ ਰਹੇ ਨੇ। ਜੇ ਸੁੱਧ ਮਨ ਦੇ ਲੋਕ, ਜਿਹੜੇ ਅੰਦੋਲਨਕਾਰੀ ਨੇ, ਉਹ ਸ਼ੁੱਧ ਮੰਨਦੇ ਨੇ। ਜੇ ਸ਼ੁੱਧ ਮਨ ਦੇ ਲੋਕ ਗੱਦੀ ਤੇ ਜਾਣਗੇ ਤੇ ਉਹ ਸੁਧਾਰ ਕਰਨਗੇ ਜਾ ਕੇ। ਤੁਸੀਂ ਕਿੱਥੋਂ ਆਉਂਦੇ ਹੋ? ਤੁਹਾਨੂੰ ਲੱਗਦਾ ਹੈ ਤੁਸੀਂ ਸਹਿਮਤ ਹੋ ਇਸ ਗੱਲ ਤੋਂ ਇਲੈਕਸ਼ਨ ਲੜਨਾ ਚਾਹੀਦਾ? ਤੁਸੀਂ ਕਦੋਂ ਤੋਂ ਇੱਥੇ ਬੈਠੇ ਹੋ? ਬਿਲਕੁਲ ਪ੍ਰਧਾਨ ਜੀ ਨਾਲ ਸਹਿਮਤ ਹੈ ਜੀ। ਮੈਂ ਆਨੰਦਪੁਰ ਸਾਹਿਬ ਤੋਂ ਅਮਨਦੀਪ ਸਿੰਘ ਅਵਿਆਣਾ, ਤੇ ਅਸੀਂ ਪ੍ਰਧਾਨ ਜੀ ਦੀਆਂ ਜਿਹੜੀਆਂ ਗੱਲਾਂ ਇਹਨਾਂ ਨਾਲ ਬਿਲਕੁਲ ਸਹਿਮਤ ਹੈ। ਇਲੈਕਸ਼ਨ ਲੜਨਾ ਚਾਹੀਦਾ? ਬਿਲਕੁਲ। ਤੁਹਾਨੂੰ ਲੱਗਦਾ ਇਲੈਕਸ਼ਨ ਲੜਨਾ ਚਾਹੀਦਾ, ਕਿਸਾਨਾਂ ਨੂੰ ਇਲੈਕਸ਼ਨ ਲੜਨਾ ਚਾਹੀਦਾ? ਦੇਖੋ ਜੀ, ਜੋ ਪ੍ਰਧਾਨ ਜੀ ਮਤਲਬ ਸਾਡੇ ਸਾਨੂੰ ਆਰਡਰ ਕਰਨਗੇ ਅਸੀਂ ਉਹਦੇ ਫੁੱਲ ਚੜਾਵਾਂਗੇ। ਬਾਕੀ ਪੰਜਾਬ ਦੀਆਂ ਜਥੇਬੰਦੀਆਂ, ਦਰਸ਼ਨਪਾਲ ਹੋਰੀ ਕਹਿ ਰਹੇ ਸੀ ਜਾਂ ਕਾਦੀਆਂ ਹੋਰੀ ਕਹਿ ਰਹੇ ਸੀ ਨਹੀਂ ਲੜਨਾ ਚਾਹੀਦਾ, ਸਾਡਾ ਮਕਸਦ 3 ਕਾਨੂੰਨ ਹੈ। ਚਲੋ ਹਜੇ ਤਾਂ ਉਹਨਾਂ ਨੇ ਇਹੀ ਕਿਹਾ, ਜਿੱਦਾਂ ਪ੍ਰਧਾਨ ਜੀ ਕਹਿ ਰਹੇ ਵੀ ਹਜੇ ਅਸੀਂ ਵਿਚਾਰ ਦਿੱਤਾ ਆਪਣਾ, ਹਜੇ ਅਸੀਂ ਅਨਾਉਂਸ ਤਾਂ ਕਰਿਆ ਨਹੀਂ ਕੋਈ ਵੀ, ਹਜੇ ਤਾਂ ਅਸੀਂ ਵਿਚਾਰ ਹੀ ਦਿੱਤਾ ਨਾ ਵੀ ਪ੍ਰਧਾਨ ਜੀ ਨੇ ਵੀ ਉਹਨਾਂ ਨੂੰ ਦੱਸਿਆ ਹੈ। ਬਾਕੀ ਹੁਣ ਦੇਖਦੇ ਹਾਂ ਅੱਗੇ ਕੀ ਫੈਸਲਾ ਕਰਦੇ ਆ। ਤੁਸੀਂ ਤਾਂ ਇਲੈਕਸ਼ਨ ਆਮ ਆਦਮੀ ਪਾਰਟੀ ਨਾਲ ਜੁੜੇ ਰਹੇ ਹੋ, ਉਦੋਂ ਹਾਰ ਹੋ ਗਈ ਸੀਗੀ, ਤੁਹਾਨੂੰ ਲੱਗਦਾ ਕਿ ਇਸ ਵੇਲੇ ਜੋ ਸਿਨੈਰੀਓ ਬਣਿਆ ਹੋਇਆ ਹੈ? ਆਮ ਆਦਮੀ ਪਾਰਟੀ ਦੇ ਵਿੱਚ ਇੱਕ ਗੱਲ ਸਾਫ਼ ਕਹਿ ਕੇ ਗਿਆ ਸੀ ਕੇਜਰੀਵਾਲ ਨੂੰ ਠੋਕ ਵਜਾ ਕੇ ਕਿ ਜੇ ਮੈਂ ਲੜਨਾ ਹੈ ਅੰਦੋਲਨ, ਕੇਵਲ ਹੁਣ ਮੈਂ ਲੜ ਰਿਹਾ ਵਾਂ ਹਰਿਆਣਾ ਦੇ ਇੱਕ ਕੋਨੇ 'ਚ, ਜੇ ਅਸੀਂ ਬਣ ਜਾਂਦੇ ਐਮਪੀ ਤੇ ਸਾਰੇ ਦੇਸ਼ 'ਚ ਅੰਦੋਲਨ ਲੜਾਂਗੇ, ਕੱਲ੍ਹ ਨੂੰ ਬੁਰਾ ਮੰਨ ਜੇ। ਤੇ ਕੇਜਰੀਵਾਲ ਦਾ ਅੱਗੋਂ ਜਵਾਬ ਸੀ, ਜੇ ਸਾਡੀ ਸਰਕਾਰ ਆ ਗਈ ਅਸੀਂ ਤੁਹਾਡੀ ਗੱਲ ਮੰਨ ਲਿਆਂਗੇ। ਮੈਂ ਕਿਹਾ ਤੁਸੀਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰੋਗੇ? ਕਹਿੰਦਾ ਅਸੀਂ ਕਰਾਂਗੇ। ਤੁਸੀਂ ਕਰਜ਼ਾ ਮਾਫ ਕਰੋਗੇ? ਕਹਿੰਦਾ ਇਹਦੇ ਤੇ ਅਸੀਂ ਸਰਵੇ ਕਰਵਾਵਾਂ। ਜੇ ਬਜਟ ਨੇ ਇਜਾਜ਼ਤ ਦਿੱਤੀ ਤੇ ਜ਼ਰੂਰ ਕਰਾਂਗੇ, ਉਹਦੀ ਇਹ ਵਰਡਿੰਗ ਸੀ। ਤੇ ਜੇ ਸਾਡੀ ਸਰਕਾਰ ਨਾ ਆਈ ਤੂੰ ਅੰਦੋਲਨ ਕਰੀ, ਅਸੀਂ ਤੇਰੇ ਪਿੱਛੇ ਲੱਗਾਂਗੇ। ਇਹ ਠੋਕ ਵਜਾ ਕੇ ਗਿਆ ਸੀ। ਆਮ ਆਦਮੀ ਪਾਰਟੀ ਨਾਲ ਹੈ ਕੋਈ ਤਾਲੁਕ? ਕੋਈ ਆਮ ਆਦਮੀ ਪਾਰਟੀ ਨਾਲ ਕਿਸੇ ਹੋਰ ਪਾਰਟੀ ਨਾਲ? तो सबको मिलके मिशन पंजाब पे ध्यान देना चाहिए।